ਡਾਕਟਰ ਦਲੀਪ ਕੌਰ ਟਿਵਾਣਾ ਦਾ ਨਾਵਲ ਲੰਮੀ ਉਡਾਰੀ ਦਾ ਦੂਸਰਾ ਅੰਕ। ਏਅਰਪੋਰਟ ਤੋਂ ਤੁਰ ਕੇ ਕਾਰ ਇੱਕੋ ਜਿਹੀਆਂ ਸ਼ਕਲਾਂ ਵਾਲੇ ਮੌਨ ਖੜੇ ਘਰਾਂ ਕੋਲੋਂ ਦੀ ਚੁੱਪਚਾਪ ਲੰਘੀ ਜਾ ਰਹੀ ਸੀ। ਰਾਤ ਦੇ 10 ਵੱਜ ਗਏ ਸਨ, ਪਰ ਅਜੇ ਵੀ ਦਿਨ ਸੀ। ਕਮਾਲ ਹੈ, ਮੈਂ ਕਿਹਾ। ਤੁਸੀਂ ਆਉਣਾ ਸੀ ਨਾ, ਦੇਖ ਲਓ, ਅਸੀਂ ਦਿਨ ਹੀ ਨਹੀਂ ਡੁੱਬਣ ਦਿੱਤਾ, ਕੁਲਜੀਤ ਨੇ ਕਾਰ ਤੇਜ਼ ਕਰਦਿਆਂ ਕਿਹਾ। ਮੈਂ ਹੱਸ ਪਈ। ਕਾਰਾਂ ਦੀ ਲਗਾਤਾਰ ਲਾਈਨ 'ਚ ਤੁਰਦੀ ਕਾਰ, ਢਲਵੀਆਂ ਛੱਤਾਂ, ਸ਼ੀਸ਼ੇ ਦੀਆਂ ਬਾਰੀਆਂ 'ਚ ਮਹੀਨ ਚਿੱਟੀ ਰੇਸ਼ਮੀ ਜਾਲੀ ਦੇ ਪਰਦਿਆਂ ਵਾਲੇ ਘਰਾਂ ਅੱਗੋਂ ਦੀ ਲੰਘਦੀ ਕਾਰ ਇੱਕ ਬੰਗਲੇ ਵਰਗੇ ਘਰ ਦੇ ਅੱਗੇ ਜਾ ਖੜੋਤੀ। ਕੁਲਜੀਤ ਨੇ ਉਤਰ ਕੇ ਘੰਟੀ ਮਾਰੀ। ਇਹ ਉਸੇ ਦਾ ਘਰ ਸੀ। ਉਹ ਦੀਦੀ, ਸਫਾਲੀ ਨੇ ਬੂਹਾ ਖੋਲ੍ਹਦਿਆਂ ਖਿੜ ਕੇ ਆਖਿਆ। ਉਹ ਮੈਨੂੰ ਜਾਣਦੀ ਸੀ, ਸਿਰਫ ਮੈਂ ਹੀ ਉਹਨੂੰ ਨਹੀਂ ਸੀ ਜਾਣਦੀ। ਹੋਰ ਵੀ ਜਿੰਨੇ ਲੋਕ ਸਾਡੇ ਨਾਲ ਸਨ, ਸਭ ਇਉਂ ਗੱਲਾਂ ਕਰ ਰਹੇ ਸਨ ਜਿਵੇਂ ਮੁੱਦਤਾਂ ਤੋਂ ਮੈਨੂੰ ਜਾਣਦੇ ਹੋਣ। ਸ਼ਾਇਦ ਜਾਣਦੇ ਹੀ ਸਨ, ਨੀਰਜਾ ਤੇ ਹਰਚੰਦ ਹੋਰਾਂ ਨੂੰ ਜੋ ਜਾਣਦੇ ਸਨ। ਹੱਟੜੀ ਵਰਗਾ ਘਰ ਸੀ। ਘਰ ਦਾ ਨਿੱਘਾ ਕਮਰਾ ਸੀ। ਕਮਰੇ 'ਚ ਕਿਤਾਬਾਂ ਸਨ, ਰਿਕਾਰਡ ਪਲੇਅਰ ਸੀ, ਢੇਰ ਸਾਰੇ ਰਿਕਾਰਡ ਸਨ, ਸ਼ਿਵ ਕੁਮਾਰ ਦੀ ਤਸਵੀਰ ਸੀ। ਅਲਮਾਰੀ 'ਚ ਵਿਸਕੀ, ਬੀਅਰ ਦੀਆਂ ਬੋਤਲਾਂ ਸਨ। ਨਿੱਕੀ ਜਿਹੀ ਧੀ ਸੀ। ਘਰ ਦੀ ਮਾਲਕਣ ਖੂਬਸੂਰਤ ਸੀ। ਲੱਗਦਾ ਸੀ ਜ਼ਿੰਦਗੀ 'ਚ ਬੰਦੇ ਨੂੰ ਹੋਰ ਭਲਾ ਕੀ ਚਾਹੀਦਾ ਹੈ। ਪਰ ਬਹੁਤੀ ਵਾਰੀ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨੂੰ ਕੀ ਚਾਹੀਦਾ ਹੈ। ਕੁਲਜੀਤ ਨੇ ਚਾਹ ਪੀਣ ਮਗਰੋਂ ਭੁੰਜੇ ਕਾਰਪੈਟ ਉੱਤੇ ਨਿੱਸਲ ਹੋ ਕੇ ਬੈਠਦਿਆਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਦੀਪ ਭੈਣ ਜੀ, ਮੈਂ ਤੁਹਾਡੇ ਨਾਲ ਬੜੀਆਂ ਗੱਲਾਂ ਕਰਨੀਆਂ ਨੇ। ਕਿਹੜੀ ਕਿਤਾਬ ਤੁਹਾਨੂੰ ਸਭ ਤੋਂ ਚੰਗੀ ਲੱਗਦੀ ਆ? ਕਿਹੜਾ ਲੇਖਕ? ਤੁਸੀਂ ਲਿਖਦੇ ਕਿਵੇਂ ਹੋ? ਸਾਡੇ ਲੇਖਕਾਂ ਨੂੰ ਕੀ ਲਿਖਣਾ ਚਾਹੀਦਾ ਹੈ? ਇੱਥੇ ਕਿੰਨਾ ਚਿਰ ਰਹੋਗੇ? ਪ੍ਰੋਫੈਸਰ ਸਾਹਿਬ ਕਿਹੋ ਜਿਹੇ ਨੇ? ਸਾਡੇ ਕੋਲ ਕਿੰਨੇ ਦਿਨ ਰਹੋਗੇ? ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ। ਹਰਚੰਦ ਨੇ 2 ਕੁ ਘੰਟੇ ਚੁੱਪ ਰਹਿਣ ਮਗਰੋਂ ਆਖਿਆ, ਭੈਣ ਜੀ ਥੱਕ ਕੇ ਆਏ ਨੇ, ਕਿਉਂ ਬੋਰ ਕਰਦਾ? ਪਰ ਮੈਂ ਬੋਰ ਨਹੀਂ ਸੀ ਹੋ ਰਹੀ। ਕੁਲਜੀਤ ਦੇ ਸਾਰੇ ਸਵਾਲਾਂ ਦੇ ਹੇਠ ਉਹਦਾ ਇੱਕੋ ਸਵਾਲ ਸੀ ਕਿ ਜੋ ਕੁਝ ਮੈਂ ਸੋਚਦਾ, ਜੋ ਕੁਝ ਸਮਝਦਾ, ਉਸ ਲਈ ਤੁਹਾਡਾ ਹੁੰਗਾਰਾ ਕਿੰਨਾ ਕੁ ਹੈ। ਕਈ ਵਾਰੀ ਉਹ ਆਪਣੇ ਸਵਾਲਾਂ 'ਚ ਆਪ ਹੀ ਉਲਝ ਜਾਂਦਾ ਤੇ ਫਿਰ ਸਵਾਲ ਦੇ ਜਵਾਬ ਦੀ ਥਾਂ ਉਹਨੂੰ ਇਹ ਦੱਸਣਾ ਪੈਂਦਾ ਸੀ ਕਿ ਉਹ ਪੁੱਛਣਾ ਕੀ ਚਾਹੁੰਦਾ ਹੈ। ਇੱਥੇ ਬੇਗਾਨੇ ਮੁਲਕ, ਬੇਗਾਨੇ ਲੋਕ, ਬੇਗਾਨੇ ਕਲਚਰ 'ਚ ਰਹਿੰਦਿਆਂ ਹਰ ਵੇਲੇ ਟਰਾਂਸਲੇਸ਼ਨ 'ਚ ਗੱਲਾਂ ਆਪਣੇ ਆਪ ਦਾ ਉਲਥਾ ਅਨੁਵਾਦ ਜਿਹਾ ਹੀ ਬਣ ਕੇ ਰਹਿ ਗਏ ਆ ਭੈਣ ਜੀ। ਇੱਥੇ ਰਹਿੰਦਿਆਂ ਬੰਦੇ ਦੀ ਜਿਵੇਂ ਆਪਣੇ ਆਪ ਤੱਕ ਪਹੁੰਚ ਜਿਹੀ ਹੀ ਮੁੱਕ ਜਾਂਦੀ ਹੈ। ਤਾਈਏ ਗੱਲ ਕਰਦਾ ਕੁਲਜੀਤ ਫਿਰ ਉਲਝ ਜਿਹਾ ਗਿਆ। ਭੈਣ ਜੀ ਥੱਕ ਕੇ ਆਏ ਨੇ, ਚਲੋ ਹੁਣ ਰੋਟੀ ਖਾਈਏ, ਬਸ ਕਰੋ। 1 ਕੁ ਵਜੇ ਉਹਦੀ ਪਤਨੀ ਰਾਣੀ ਨੇ ਆਖਿਆ ਤੇ ਅਸੀਂ ਰੋਟੀ ਖਾਣ ਦੂਜੇ ਕਮਰੇ 'ਚ ਚਲੇ ਗਏ। ਬੜੇ ਉਚੇਚ ਨਾਲ ਉਹਨੇ ਸਾਗ, ਪਰੌਂਠੇ, ਖੀਰ ਤੇ ਮੁਰਗਾ ਬਣਾਏ ਸਨ। ਗਰਮੀਆਂ 'ਚ ਸਾਗ? ਮੈਂ ਹੱਸ ਕੇ ਕਿਹਾ। ਕਿਹੜਾ ਖੇਤਾਂ 'ਚੋਂ ਲਿਆਉਣਾ ਹੈ? ਡੱਬਿਆਂ 'ਚ ਹੀ ਹੁੰਦਾ ਹੈ, ਜਿਹੜੀ ਰੁੱਤੇ ਮਰਜ਼ੀ ਲੈ ਲਓ, ਨੀਰਜਾ ਬੋਲੀ। ਮੈਂ ਭੈਣ ਜੀ ਸੱਚੀਓ ਤੁਹਾਡੇ ਨਾਲ ਬੜੀਆਂ ਗੱਲਾਂ ਕਰਨੀਆਂ ਨੇ। ਕੁਲਜੀਤ ਰੋਟੀ ਖਾਣ ਮਗਰੋਂ ਵੀ ਆਖ ਰਿਹਾ ਸੀ, ਪਰ ਰਾਣੀ ਮੈਨੂੰ ਦੂਜੇ ਕਮਰੇ 'ਚ ਲੈ ਆਈ ਜਿੱਥੇ ਭੁੰਜੇ ਬਿਸਤਰੇ ਲੱਗੇ ਹੋਏ ਸਨ। ਆਪਾਂ ਤਾਂ ਸੌਂਦੇ ਹਾਂ, ਆਖ ਨੀਰਜਾ ਨੇ ਸਾਡੇ ਵੱਲ ਪਿੱਠ ਕਰਕੇ ਕੱਪੜੇ ਲਾ ਕੇ ਨਾਈਟੀ ਪਾ ਲਈ ਤੇ ਬਿਸਤਰੇ 'ਚ ਵੜ ਗਈ। ਕੁਝ ਹੀ ਮਿੰਟਾਂ ਮਗਰੋਂ ਸੌਂ ਗਈ। ਨੀਂਦ ਤਾਂ ਨਹੀਂ ਆ ਰਹੀ? ਰਾਣੀ ਨੇ ਮੈਨੂੰ ਪੁੱਛਿਆ। ਨਹੀਂ, ਮੈਂ ਹੱਸ ਕੇ ਕਿਹਾ। ਉਹ ਸੰਵਾਰ ਕੇ ਮੇਰੇ ਕੋਲ ਬਿਸਤਰੇ 'ਚ ਬੈਠ ਗਈ। ਹੁਣ ਵਾਰੀ ਉਸ ਦੀ ਸੀ, ਕੁਝ ਪੁੱਛਣ ਦੀ ਨਹੀਂ, ਬੜਾ ਕੁਝ ਦੱਸਣ ਦੀ। ਉਹਨੇ ਆਪਣਾ ਮੁਸਕਰਾਉਂਦਾ ਮੁਖੌਟਾ ਲਾ ਕੇ ਪਰਾਂ ਰੱਖ ਦਿੱਤਾ। ਅੱਖਾਂ ਭਰ ਕੇ ਬੋਲੀ, ਦੀਦੀ, ਬੇਗਾਨਾ ਮੁਲਕ, ਬੇਗਾਨੀ ਧਰਤੀ, ਬੇਗਾਨੇ ਲੋਕ, ਇੱਕੋ ਮਰਦ ਆਪਣਾ, ਉਹ ਵੀ ਜੇ ਬੇਗਾਨਾ ਲੱਗੇ। ਹਿੰਦੁਸਤਾਨੀ ਔਰਤ ਦੀ ਤਾਂ ਸਾਰੀ ਹੋਂਦ ਮਿੱਟੀ ਹੋ ਜਾਂਦੀ ਹੈ। ਇਸ ਹਾਲਤ 'ਚ ਕਿਸੇ ਵੀ ਦੇਸ਼ ਦੀ ਔਰਤ ਦੀ ਹੋਂਦ ਮਿੱਟੀ ਹੋ ਜਾਂਦੀ ਹੈ ਰਾਣੀ, ਮੈਂ ਆਖਿਆ। ਨਹੀਂ ਦੀਦੀ ਨਹੀਂ, ਇਸ ਦੇਸ਼ ਦੀਆਂ ਔਰਤਾਂ ਹੀ ਨਹੀਂ। ਇੱਥੇ ਇੱਕ ਗੋਰੀ ਦਾ ਮੁੱਲ 2.5 ਸ਼ਿਲਿੰਗ ਹੈ, ਕਿਉਂਕਿ 2.5 ਸ਼ਿਲਿੰਗ ਇੱਕ ਸ਼ਰਾਬ ਦੇ ਗਲਾਸ ਦਾ ਮੁੱਲ ਹੈ। ਉਹ ਹਰਕੀ ਆਖ ਰਹੀ ਸੀ। ਮੈਨੂੰ ਲੱਗਿਆ ਜੇ ਕਿਸੇ ਦਾ ਮਰਦ ਆਪਣੀ ਔਰਤ ਨੂੰ ਛੱਡ ਕੇ 2.5 ਸ਼ਿਲਿੰਗਾਂ ਦੀ ਗੋਰੀ ਦੇ ਮਗਰ ਭਟਕਦਾ ਹੈ ਤਾਂ ਇਹਦਾ ਮਤਲਬ ਹੈ ਉਹਦੇ ਮਨ 'ਚ ਆਪਣੀ ਔਰਤ ਦਾ ਮੁੱਲ 2.5 ਸ਼ਿਲਿੰਗ ਵੀ ਨਹੀਂ। ਮੈਂ ਉਹਦੇ ਪਰੇਸ਼ਾਨ ਮੂੰਹ ਵੱਲ ਵੇਖਦੀ ਰਹੀ। ਦੀਦੀ, ਇੱਥੇ ਸਾਰੇ ਹੀ ਮਰਦ, ਪਰ ਰਾਣੀ ਪਤਝੜਾਂ ਦੇ ਮਾਰੇ ਲੋਕ ਇਸ ਖੁਸ਼ਬੂਆਂ ਦੇ ਦੇਸ਼ ਆਪਣੇ ਆਪ ਨੂੰ ਕਿਵੇਂ ਸੰਭਾਲਣ? ਮੈਂ ਆਖਣਾ ਚਾਹੁੰਦੀ ਸੀ, ਪਰ ਉਹ ਗੱਲ ਕਰਨ ਦਾ ਮੌਕਾ ਹੀ ਨਹੀਂ ਸੀ ਦੇ ਰਹੀ। ਬੋਲੀ, ਜਿਨ੍ਹਾਂ ਦਾ ਪੀਰ ਪੈਗੰਬਰ ਵੀ ਅਣਵਿਆਹੀ ਮਾਂ ਦਾ ਪੁੱਤ ਹੋਵੇ ਦੀਦੀ, ਉਹਨਾਂ ਕੋਲੋਂ ਮੈਂ ਤੁਹਾਨੂੰ ਕੀ ਦੱਸਾਂ? ਇਹ ਤਾਂ ਬੰਦੇ ਨੂੰ ਆਪ ਪੁੱਛ ਲੈਂਦੀਆਂ ਨੇ।
ਤੁਸੀਂ ਨਹੀਂ ਜਾਣਦੇ। ਤੇ ਉਹ ਠੀਕ ਹੀ ਆਖਦੀ ਸੀ, ਮੈਂ ਕੁਝ ਨਹੀਂ ਸੀ ਜਾਣਦੀ। ਹਾਂ, ਕੁਝ ਨਹੀਂ ਸੀ ਜਾਣਦੀ। ਇੱਕ ਵਾਰੀ ਦੇਸ਼ ਜਾ ਕੇ ਜਦੋਂ ਹਰਨੇਕ ਬਾਰੇ ਕਿਸੇ ਨੇ ਦੱਸਿਆ ਸੀ ਤਾਂ ਮੈਂ ਆਖਿਆ ਸੀ, ਨਹੀਂ ਨਹੀਂ, ਉਹ ਲੋਕ ਹੋਰ ਹੁੰਦੇ ਨੇ। ਤੇ ਅੱਜ ਹਰਨੇਕ ਨੂੰ ਦੇਖ ਕੇ ਵੀ ਲੱਗਿਆ ਸੀ ਕਿ ਉਹ ਲੋਕੀ ਹੋਰ ਹੁੰਦੇ ਨੇ। ਪਰ ਰਾਣੀ ਆਖ ਰਹੀ ਸੀ, ਨਹੀਂ ਦੀਦੀ, ਉਹ ਲੋਕ ਹੋਰ ਨਹੀਂ ਹੁੰਦੇ। ਬੜੀ ਪਿਆਰੀ ਧੀ ਹੈ ਤੁਹਾਡੀ। ਮੈਂ ਗੱਲ ਬਦਲੀ। ਛੁੱਟੀਆਂ ਕਰਕੇ ਆਈ ਹੋਈ ਹੈ, ਇੰਡੀਆ ਪੜ੍ਹਦੀ ਹੈ, ਹੋਸਟਲ 'ਚ ਛੱਡੀ ਹੋਈ ਹੈ। ਇਹ ਆਖਦੇ ਸਨ, ਮੈਂ ਨਹੀਂ ਚਾਹੁੰਦਾ ਇੱਥੇ ਰਹਿ ਕੇ ਇੱਥੋਂ ਦੀਆਂ ਕੁੜੀਆਂ ਵਰਗੀ ਬਣ ਜਾਏ। ਕੀ ਕੁਲਜੀਤ ਸੱਚ ਆਖਦਾ ਹੈ? ਕੀ ਸਾਡੇ 'ਚ ਸੱਚ ਨੂੰ ਸਵੀਕਾਰ ਕਰਨ ਦੀ ਜੁਰਤ ਹੈ? ਕੀ ਸੱਚਮੁੱਚ ਉਹਨੂੰ ਇੱਥੋਂ ਦੀਆਂ ਕੁੜੀਆਂ ਪਸੰਦ ਨਹੀਂ? ਕੀ ਸਾਡੇ ਵਿੱਚੋਂ ਬਹੁਤਿਆਂ ਨੂੰ ਇਹ ਪਤਾ ਵੀ ਹੈ ਕਿ ਸਾਨੂੰ ਕੀ ਪਸੰਦ ਹੈ ਅਤੇ ਕੀ ਪਸੰਦ ਨਹੀਂ? ਮੈਂ ਪੁੱਛਣਾ ਚਾਹੁੰਦੀ ਸੀ ਪਰ ਪੁੱਛਿਆ ਨਹੀਂ। 3 ਵੱਜ ਗਏ। ਰਾਣੀ ਨੇ ਅਜੇ ਬਹੁਤ ਸਾਰੀਆਂ ਗੱਲਾਂ ਮੇਰੇ ਨਾਲ ਕਰਨੀਆਂ ਸਨ ਕਿ ਕਾਹਤੋਂ ਬਿਨਾਂ ਸੋਚੇ ਸਮਝੇ ਲੋਕ ਇੱਧਰ ਰਹਿੰਦੇ ਬੰਦਿਆਂ ਨਾਲ ਆਪਣੀਆਂ ਧੀਆਂ ਵਿਆਹ ਦਿੰਦੇ ਨੇ। ਕੀ ਬਸ ਪੈਸਾ ਹੀ ਸਭ ਕੁਝ ਹੁੰਦਾ ਹੈ? ਇੱਥੇ ਮਰੀਆਂ ਖਪੀਆਂ ਦੀ ਤਾਂ ਕਾਂ ਹੱਡੀ ਵੀ ਲੈ ਕੇ ਨਹੀਂ ਪਹੁੰਚੇਗਾ। ਮਾਪੇ ਹੀ ਵੈਰੀ ਹੋ ਜਾਂਦੇ ਨੇ। ਪਰ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਹੁੰਦਾ ਹੈ। ਬੋਲਦੀ ਉਹ ਮੇਰੇ ਵੱਲ ਝਾਕੀ। ਦੀਦੀ ਆਖੋਗੇ ਥੱਕਿਆਂ ਨੂੰ ਪਰੇਸ਼ਾਨ ਕਰ ਰਹੀ ਹਾਂ। ਉਂਝ ਤਾਂ ਮੈਂ ਇਹਨਾਂ ਗੱਲਾਂ ਬਾਰੇ ਕਹਾਣੀਆਂ ਵੀ ਲਿਖੀਆਂ ਨੇ। ਮੈਂ ਉਹਦੇ ਮੂੰਹ ਵੱਲ ਵੇਖਦੀ ਰਹੀ, ਉਸ ਤੋਂ ਪਾਰ ਵੇਖਦੀ ਰਹੀ। ਉੱਠ ਕੇ ਆਪਣੀ ਧੀ ਨਾਲ ਪੈ ਗਈ ਤੇ ਸੌਂ ਵੀ ਗਈ। ਪਰ ਮੇਰੇ ਪੈਰਾਂ ਦੀਆਂ ਉਂਗਲਾਂ ਦੀਆਂ ਖੱਲੀਆਂ ਚੜ੍ਹਨ ਲੱਗ ਪਈਆਂ। ਇੰਨਾ ਭਾਰ ਨਾੜਾਂ ਨਹੀਂ ਸੀ ਝੱਲਦੀਆਂ, ਲਿਫ ਲਿਫ ਜਰਕ ਜਰਕ ਜਾ ਰਹੀਆਂ ਸਨ। ਮੈਂ ਸਿਰਹਾਣੇ ਰੱਖਿਆ, ਪਾਣੀ ਪੀਤਾ, ਪਰਸ 'ਚੋਂ ਨੀਂਦ ਵਾਲੀਆਂ 2 ਗੋਲੀਆਂ ਕੱਢ ਕੇ ਖਾਧੀਆਂ ਤੇ ਸੌਣ ਦੀ ਕੋਸ਼ਿਸ਼ ਕੀਤੀ। ਸੌਣ ਦੀ ਕੋਸ਼ਿਸ਼ ਵਿੱਚ ਹੀ ਦਿਨ ਚੜ੍ਹ ਗਿਆ। ਗਰਮੀਆਂ 'ਚ ਸਵੇਰੇ 3:30 ਵਜੇ ਇੱਥੇ ਦਿਨ ਚੜ੍ਹ ਜਾਂਦਾ ਹੈ। ਮੈਂ ਇਸ ਮੁਲਕ 'ਚ ਦਿਨ ਚੜ੍ਹਦਾ ਵੇਖਣਾ ਚਾਹੁੰਦੀ ਸੀ। ਦੱਬੇ ਪੈਰੀ 5 ਵਜੇ ਜਦੋਂ ਬਾਕੀ ਸਾਰੇ ਸੁੱਤੇ ਹੀ ਸਨ, ਗੈਲਰੀ ਵਿੱਚ ਹੀ ਲੰਘ ਕੇ ਘਰ ਦੇ ਬਾਹਰ ਆ ਗਈ। ਬੂਹੇ ਦੇ ਅੱਗੇ ਦੁੱਧ ਦੀਆਂ ਬੋਤਲਾਂ ਪਈਆਂ ਸਨ, ਚਿੱਠੀਆਂ ਪਈਆਂ ਸਨ। ਬੱਦਲਵਾਈ ਵਰਗਾ ਘਸਮੈਲਾ ਜਿਹਾ ਦਿਨ ਸੀ ਤੇ ਚੜ੍ਹਦੇ ਸਿਆਲ ਵਰਗੀ ਠੰਡ। ਆਲੇ ਦੁਆਲੇ ਬੜੀ ਚੁੱਪ ਤੇ ਸ਼ਾਂਤੀ ਸੀ। ਨਿੱਕੇ ਨਿੱਕੇ ਢਲਵੀਆਂ ਛੱਤਾਂ ਵਾਲੇ ਘਰ ਸਨ ਤੇ ਹਰ ਘਰ ਦੇ ਅੱਗੇ ਫੁੱਲਾਂ ਦੀ ਕਿਆਰੀ ਸੀ ਤੇ ਕਿਆਰੀਆਂ ਤੋਂ ਪਾਰ ਸੜਕ ਦੇ ਕੰਢੇ ਰੰਗ ਬਰੰਗੀਆਂ ਕਾਰਾਂ ਖੜੀਆਂ ਸਨ। ਮੇਰੇ ਜਾਗ ਪੈਣ ਦਾ ਸ਼ਾਇਦ ਕੁਲਜੀਤ ਨੂੰ ਪਤਾ ਲੱਗ ਗਿਆ ਸੀ। ਰਾਣੀ ਅਜੇ ਸੁੱਤੀ ਹੋਈ ਸੀ। ਉਹ ਚਾਹ ਦਾ ਕੱਪ ਬਣਾ ਲਿਆਇਆ। ਹਿੰਦੁਸਤਾਨ 'ਚ ਇਸ ਵੇਲੇ 12 ਵੱਜਣ ਵਾਲੇ ਹੋਣਗੇ ਦੁਪਹਿਰ ਦੇ। ਇੱਥੇ ਨਾਲੋਂ 5 ਘੰਟੇ ਅੱਗੇ ਆ ਨਾ ਵਕਤ? ਉਹਨੇ ਘੜੀ ਵੇਖਦਿਆਂ ਪੁੱਛਿਆ। 5 ਘੰਟੇ ਅਗਾਂਹ ਕਿ ਪਿਛਾਂਹ? ਮੈਂ ਮਜ਼ਾਕ ਨਾਲ ਪੁੱਛਿਆ। ਉਸ ਤਰ੍ਹਾਂ ਤਾਂ ਫਿਰ ਘੰਟੇ ਨਹੀਂ, ਸਦੀਆਂ ਪਿੱਛੇ ਹਾਂ ਅਸੀਂ ਇਹਨਾਂ ਨਾਲੋਂ। ਮੈਂ ਉਸ ਵੱਲ ਵੇਖਿਆ, ਉਹ ਤੋਂ ਪਾਰ ਵੇਖਿਆ। ਅੱਜ ਤਾਂ ਇੱਥੇ ਰਹੋਗੇ ਨਾ? ਮੈਂ ਬੜੀਆਂ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ ਭੈਣ ਜੀ। ਆਖੂ ਰਾਤ ਵਾਲੇ ਹੀ ਸਵਾਲ ਫਿਰ ਪੁੱਛਣ ਲੱਗ ਪਿਆ। ਰਾਤ ਦੀ ਕੋਈ ਵੀ ਗੱਲ ਜਿਵੇਂ ਉਹਨੂੰ ਯਾਦ ਨਹੀਂ ਸੀ। ਸ਼ਾਇਦ ਇੱਥੇ ਲੋਕ ਇਉਂ ਹੀ ਹਰ ਰਾਤ ਨੂੰ ਸਵੇਰ ਤੱਕ ਭੁੱਲ ਜਾਣ ਦੀ ਆਦਤ ਵਿੱਚ ਹੀ ਜੀ ਰਹੇ ਨੇ। ਤੂੰ ਕੰਮ 'ਤੇ ਨਹੀਂ ਜਾਣਾ? ਉਹ ਲੱਗ ਪਿਆ ਤੜਕੇ ਭੈਣ ਜੀ ਨੂੰ ਬੋਰ ਕਰਨ। ਹਰਚੰਦ ਨੇ ਆਪਣੇ ਲਈ ਚਾਹ ਬਣਾ ਕੇ ਕੱਪ ਫੜੀ ਆਉਂਦੇ ਨੇ ਕਿਹਾ। ਕੱਲ੍ਹ ਹੀ ਛੁੱਟੀ ਦੇ ਆਏ ਸੀ ਮੈਂ ਵੀ ਤੇ ਰਾਣੀ ਵੀ, 2-2 ਦਿਨ ਦੀ। ਨਾਲੇ ਮੈਂ ਤਾਂ ਭੈਣ ਜੀ ਨਾਲ ਬੜੀਆਂ ਗੱਲਾਂ ਕਰਨੀਆਂ ਨੇ, ਉਹ ਬੋਲਿਆ। ਇਹਨਾਂ ਮੁਲਕਾਂ 'ਚ ਕੰਮ 'ਤੇ ਨਾ ਜਾਣਾ ਬੜੀ ਵੱਡੀ ਗੱਲ ਹੁੰਦੀ ਹੈ। ਪਰ ਕੁਲਜੀਤ ਹਰਚੰਦ ਦਾ ਦੋਸਤ ਸੀ ਤੇ ਉਹਨੂੰ ਪਤਾ ਸੀ ਦੋਸਤੀ ਕੋਈ ਆਸਾਨ ਨਹੀਂ ਹੁੰਦੀ। ਚੱਲ ਪਹਿਲਾਂ ਕਾਰ ਠੀਕ ਕਰਵਾ ਲਿਆਈਏ। 500 ਮੀਲ ਜਾਣਾ, ਕਿਤੇ ਰਾਹ 'ਚ ਨਾ ਖਰਾਬ ਕਰੇ। ਆ ਕੇ ਕਰ ਲਈ ਗੱਲਾਂ ਜਿਹੜੀਆਂ ਕਰਨੀਆਂ ਨੇ। ਉਹਨਾਂ ਦੇ ਜਾਣ ਮਗਰੋਂ ਬ੍ਰੇਕਫਾਸਟ ਤਿਆਰ ਕਰਦੀ ਰਾਣੀ ਨੇ ਫਿਰ ਗੱਲਾਂ ਛੋਹ ਲਈਆਂ। ਇਹਨਾਂ ਮੁਲਕਾਂ 'ਚ ਕੋਈ ਗੱਲ ਵੀ ਕਿਹਦੇ ਕੋਲ ਕਰੇ ਭੈਣ ਜੀ? ਕਿਹਨੂੰ ਵੇਲ ਹੈ ਕਿਸੇ ਦੀਆਂ ਗੱਲਾਂ ਸੁਣਨ ਦੀ? ਗੱਲਾਂ ਸੁਣ ਕੇ ਵੀ ਕੋਈ ਕੀ ਕਰੇ? ਇੱਥੇ ਤਾਂ ਹਰ ਇੱਕ ਨੇ ਆਪਣੇ ਲਈ ਆਪ ਹੀ ਜਿਉਣਾ ਹੈ, ਆਪ ਹੀ ਮਰਨਾ ਹੈ। ਕਿਸੇ ਨੂੰ ਕਿਸੇ ਨਾਲ ਕੁਝ ਹੈ ਹੀ ਨਹੀਂ। ਨਾਲ ਦੇ ਘਰ 'ਚ ਭਾਵੇਂ ਕੋਈ ਮਰਿਆ ਪਿਆ ਰਹੇ, ਅਖੇ ਰਿਸਪੈਕਟ ਹੈ ਹਰ ਇੱਕ ਦੀ ਪ੍ਰਾਈਵੇਸੀ ਲਈ। ਸਵਾਹ ਰਿਸਪੈਕਟ ਹੈ। ਫਿਰ ਰਾਣੀ ਕੁਲਜੀਤ ਦੇ ਅਮਰੀਕਾ ਰਹਿੰਦੇ ਇੱਕ ਦੋਸਤ ਦੀਆਂ ਗੱਲਾਂ ਕਰਨ ਲੱਗ ਪਈ, ਜਿਹਦੀ ਹਿੰਦੁਸਤਾਨੀ ਪਤਨੀ ਉਹਨੂੰ ਛੱਡ ਕੇ ਇੱਕ ਅਮਰੀਕਨ ਨਾਲ ਰਹਿਣ ਲੱਗ ਪਈ ਸੀ। ਮੇਰਾ ਪੁੱਛਣ ਨੂੰ ਮਨ ਕੀਤਾ, ਜੇ ਅੰਗਰੇਜ਼ ਕੁੜੀ ਦੀ ਕੀਮਤ 2.5 ਸ਼ਿਲਿੰਗ ਹੈ ਤਾਂ ਹਿੰਦੁਸਤਾਨ ਦੀ ਕੁੜੀ ਦੀ ਕੀਮਤ ਕਿੰਨੀ ਹੈ? ਸ਼ਾਇਦ ਕਿਸੇ ਦਾ ਵੀ ਕੋਈ ਮੁੱਲ ਨਹੀਂ। ਸੁੱਕੇ ਪੱਤਿਆਂ ਵਾਂਗ ਹਵਾ ਨਾ ਜਾਣੇ ਕਿੱਥੋਂ ਕਿੱਥੇ ਉਡਾਈ ਲਈ ਜਾ ਰਹੀ ਹੈ। ਤੁਹਾਨੂੰ ਨਹੀਂ ਪਤਾ ਦੀਦੀ, ਇੱਥੇ ਆ ਕੇ ਬੰਦੇ, ਤੁਸੀਂ ਤੇ ਪ੍ਰੋਫੈਸਰ ਸਾਹਿਬ ਨਾ ਕਦੇ ਇੱਥੇ ਸੈਟਲ ਹੋਣ ਦਾ ਪ੍ਰੋਗਰਾਮ ਬਣਾਇਓ, ਨਹੀਂ ਤਾਂ ਤੇਰਾ ਖਿਆਲ ਹੈ ਉਹ ਮੈਨੂੰ ਛੱਡ ਕੇ ਅੰਗਰੇਜ਼ ਕੁੜੀਆਂ ਮਗਰ ਤੁਰੇ ਫਿਰਨਗੇ?
ਮੈਂ ਹੱਸ ਕੇ ਪੁੱਛਿਆ। ਤੁਹਾਨੂੰ ਕੀ ਪਤਾ ਦੀਦੀ ਇੱਥੋਂ ਦੀਆਂ ਕੁੜੀਆਂ ਬਾਰੇ? ਇਹ ਤਾਂ ਬੰਦੇ ਨੂੰ ਇਉਂ ਉਲਝਾਉਂਦੀਆਂ ਨੇ ਕਿ ਅਗਲੇ ਦੀ ਮੱਤ ਹੀ ਮਾਰੀ ਜਾਂਦੀ ਹੈ। ਮੈਂ ਇਹਨਾਂ ਕੁੜੀਆਂ ਨੂੰ ਤਾਂ ਨਹੀਂ ਜਾਣਦੀ, ਪਰ ਪ੍ਰੋਫੈਸਰ ਸਾਹਿਬ ਨੂੰ ਤਾਂ ਜਾਣਦੀ ਹਾਂ। ਚਲੋ ਛੱਡੋ ਇਹ ਗੱਲਾਂ। ਮੇਰਾ ਜੀਅ ਕਾਹਲਾ ਪੈ ਰਿਹਾ ਸੀ। ਮੇਰੇ ਪੈਰਾਂ ਦੀਆਂ ਉਂਗਲਾਂ ਦੀਆਂ ਮੁੜ ਖੱਲੀਆਂ ਚੜ੍ਹਨ ਲੱਗ ਪਈਆਂ ਸਨ। ਨਾੜਾਂ ਇੰਨਾ ਭਾਰ ਨਹੀਂ ਸੀ ਚੱਲਦੀਆਂ। ਨੀਰਜਾ ਨੇ ਕਈ ਵਾਰੀ ਉਤਾਵਲੇ ਮੂੰਹ ਨਾਲ ਵੇਖਿਆ। ਉਹਨੂੰ ਜਿਵੇਂ ਯਕੀਨ ਨਹੀਂ ਸੀ ਆ ਰਿਹਾ ਕਿ ਮੈਂ ਸੱਚਮੁੱਚ ਉਹਨਾਂ ਨੂੰ ਮਿਲਣ ਆ ਗਈ ਹਾਂ। 14 ਸਾਲਾਂ 'ਚ ਪਹਿਲੀ ਵਾਰ ਦੇਸੋਂ ਸਾਡੇ ਘਰ ਕੋਈ ਮਹਿਮਾਨ ਆਇਆ। ਉਹ ਜਿਵੇਂ ਸੋਚ ਰਹੀ ਸੀ, ਜਿਹੜਾ ਵੀ ਪੰਜਾਬ ਹੋ ਕੇ ਆਉਂਦਾ ਹੈ ਤੁਹਾਡੀਆਂ ਗੱਲਾਂ ਕਰਦਾ ਹੈ। ਕੀ ਹਾਲ ਹੈ ਤੁਹਾਡਾ? ਆਪਣੇ ਸਾਰੇ ਘਰ ਦੇ ਕਿਵੇਂ ਨੇ? ਆਖਰ ਉਹਨੇ ਪੁੱਛਿਆ। ਠੀਕ ਹੈ, ਮੈਂ ਹੱਸ ਕੇ ਕਿਹਾ। ਥੱਕ ਗਏ ਹੋ? ਉਹ ਬੋਲੀ। ਹਾਂ, ਮੈਂ ਆਖਿਆ। ਸਫ਼ਰ ਕਰਕੇ? ਹਾਂ। ਸਫ਼ਰ ਪੰਜਾਬੀ ਦਾ ਕਿ ਅੰਗਰੇਜ਼ੀ ਦਾ? ਉਹਨੇ ਉਦਾਸ ਜਿਹੀ ਹੋ ਕੇ ਪੁੱਛਿਆ। ਲੋਕ ਨਾ ਜਾਣੇ ਆ ਕੇ ਉਹਨੂੰ ਕੀ ਆਖਦੇ ਰਹੇ ਸਨ। ਮੈਂ ਹੱਸ ਪਈ। ਵੀਰੇ ਦਾ ਕੀ ਹਾਲ ਹੈ? ਉਹਨੇ ਪੁੱਛਿਆ, ਜਿਵੇਂ ਆਖਣਾ ਚਾਹੁੰਦੀ ਹੋਵੇ, ਉੱਥੇ ਵੀਰਾ ਹੈ, ਇੱਥੇ ਅਸੀਂ ਹਾਂ। ਅਜੇ ਮਰ ਤਾਂ ਨਹੀਂ ਗਏ ਸਾਰੇ ਕਿ? ਕਾਰ ਦੁਪਹਿਰ ਤੱਕ ਠੀਕ ਨਹੀਂ ਹੋਈ। ਇਹਦਾ ਮਤਲਬ ਸੀ ਰਾਤ ਇੱਥੇ ਹੀ ਰਹਿਣਾ ਪਏਗਾ। ਆਥਣ ਹੋ ਗਈ ਤੇ ਫਿਰ ਰਾਤ। ਹਰਚੰਦ ਤੇ ਕੁਲਜੀਤ ਜਦੋਂ ਕਾਰ ਠੀਕ ਕਰਵਾ ਕੇ ਮੁੜੇ ਤਾਂ ਉਹਨਾਂ ਦੇ ਨਾਲ ਇੱਕ ਹੋਰ ਬੰਦਾ ਸੀ ਜਿਹਨੇ ਵਧੀਆ ਪੈਂਟ ਕੋਟ ਪਾਇਆ ਸੀ ਤੇ ਕਿਸੇ ਚੰਗੇ ਹੇਅਰ ਡਰੈਸਰ ਤੋਂ ਵਾਲ ਸੈੱਟ ਕਰਵਾਏ ਲੱਗਦੇ ਸਨ। ਇਹ ਹੈ ਪਾਲ ਭੈਣ ਜੀ, ਕੋਈ ਹੋਰ ਹੁੰਦਾ 2 ਦਿਨ ਲਾ ਦਿੰਦਾ ਕਾਰ ਠੀਕ ਕਰਨੋਂ। ਪਾਲ ਨੇ ਹੱਥ ਜੋੜ ਕੇ ਨਮਸਤੇ ਆਖੀ ਤੇ ਕੋਨੇ ਵਾਲੇ ਸੋਫੇ ਤੇ ਬੈਠ ਗਿਆ। ਪਿਛਲੇ ਸਾਲ ਇੰਡੀਆ ਤੋਂ ਪ੍ਰੋਫੈਸਰ ਨੇ ਵਿਆਹ ਕੇ ਲਿਆਇਆ। ਆਪ ਭਾਵੇਂ 7 ਜਮਾਤਾਂ ਹੀ ਪਾਸ ਹੈ, ਕੁਲਜੀਤ ਨੇ ਮਜ਼ਾਕ ਨਾਲ ਦੱਸਿਆ। ਮੈਂ ਹੈਰਾਨ ਹੋ ਕੇ ਉਸ ਵੱਲ ਝਾਕੀ। ਅਗਲਿਆਂ ਦੇ ਕਹਿਣ ਤੇ ਉੱਥੇ ਸਾਡਾ ਮੁੰਡਾ ਇੰਜੀਨੀਅਰ ਹੈ। ਕਿਹੜਾ ਕੋਈ ਡਿਗਰੀਆਂ ਵੇਖਦਾ ਫਿਰਦਾ? ਹਰਚੰਦ ਨੇ ਹੱਸ ਕੇ ਕਿਹਾ। ਨਹੀਂ, ਸਾਡੇ ਘਰਦਿਆਂ ਨੇ ਸਿਰਫ ਇਹੀ ਦੱਸਿਆ ਸੀ ਕਿ 6000 ਮਹੀਨਾ ਤਨਖਾਹ ਹੈ ਤੇ ਇਸ 'ਚ ਕੋਈ ਝੂਠ ਨਹੀਂ। ਪਾਲ ਨੇ ਜਿਵੇਂ ਆਪਣੀ ਸਫਾਈ ਦਿੱਤੀ। ਝਿੜਕਦੀ ਤਾਂ ਨਹੀਂ ਹੁੰਦੀ ਫਿਰ ਪ੍ਰੋਫੈਸਰ ਨਹੀਂ? ਕੁਲਜੀਤ ਨੇ ਮਖੌਲ ਨਾਲ ਪੁੱਛਿਆ। ਆਪਾਂ ਤਾਂ ਸਾਫ਼ ਆਖਤਾ ਸੀ ਬਈ ਨਹੀਂ ਪਸੰਦ ਤਾਂ ਬੇਸ਼ੱਕ ਇੰਡੀਆ ਮੁੜ ਜਾ, ਨਾਲੇ ਆਪਣੇ ਜਵਾਕ ਨੂੰ ਲੈ ਜਾ, ਇੱਥੇ ਸਾਨੂੰ ਕੁੜੀਆਂ ਦਾ ਨਹੀਂ ਘਾਟਾ। ਪਾਲ ਬੋਲਿਆ। ਉਹ ਛੱਡ ਪਰੇ, ਉੱਥੇ ਬਹੁਤਾ ਕਰਦੀ ਕਿਸੇ ਪ੍ਰੋਫੈਸਰ ਨਾਲ ਵਿਆਹ ਕਰ ਲੈਂਦੀ ਜਿਸ ਤੋਂ ਟੁੱਟਿਆ ਜਿਹਾ ਸਕੂਟਰ ਮਸਾਂ ਅਫੋਰਡ ਹੋਣਾ ਸੀ, ਤੇ ਇੱਥੇ ਕਾਰਾਂ ਉਹਦੇ ਅੱਗੇ ਪਿੱਛੇ, ਹੋਰ ਉਹਨੇ ਕੀ ਲੈਣਾ? ਕੁਲਜੀਤ ਨੇ ਆਖਿਆ ਤੇ ਸਾਰੇ ਹੱਸ ਪਏ। ਮੈਨੂੰ ਲੱਗਿਆ ਪੈਸਾ ਕਿਵੇਂ ਲੋਕਾਂ ਦੀਆਂ ਕੀਮਤਾਂ ਹੀ ਬਦਲ ਦਿੰਦਾ ਹੈ। ਇੱਥੇ ਪ੍ਰੋਫੈਸਰਾਂ ਨੂੰ ਚਿਰਾਂ ਮਾਰਦੇ ਨੇ। ਹਰਚੰਦ ਸ਼ਾਇਦ ਮੇਰੇ ਮਨ ਦੀ ਗੱਲ ਭਾਂਪ ਗਿਆ, ਬੋਲਿਆ। ਅਸੀਂ ਤੁਹਾਡੇ ਪ੍ਰੋਫੈਸਰ ਸਾਹਿਬ ਦੀ ਗੱਲ ਨਹੀਂ ਕਰਦੇ ਭੈਣ ਜੀ। ਜਿਨ੍ਹਾਂ ਨੂੰ ਤੁਸੀਂ ਪਸੰਦ ਕੀਤਾ ਉਹ ਸਿਰਫ ਪ੍ਰੋਫੈਸਰ ਹੀ ਥੋੜ੍ਹੇ ਹੋਣੇ ਨੇ ਤੇ ਅਜੇ ਤੱਕ ਜਹਾਜ਼ ਦੇ ਚੱਕਰ ਆਉਣੋਂ ਨਹੀਂ ਹਟੇ। ਮੈਂ ਗੱਲ ਬਦਲਣ ਲਈ ਕਿਹਾ। ਥੋੜ੍ਹੀ ਜਿਹੀ ਬਰਾਂਡੀ ਲੈ ਲਓ, ਕੁਲਜੀਤ ਬੋਲਿਆ। ਪਰ ਮੇਰੇ ਉੱਤਰ ਦੇਣ ਤੋਂ ਪਹਿਲਾਂ ਹੀ ਹਰਚੰਦ, ਇਹ ਨਹੀਂ ਪੀਂਦੇ, ਤਾਦੀ ਤਾਂ ਡਰਦੇ ਨੇ, ਕੱਲ੍ਹ ਦੇ ਨੇ ਮੈਂ ਨਹੀਂ ਪੀਤੀ। ਲਓ ਫਿਰ ਮੇਰੀ ਕਹਾਣੀ ਸੁਣੋ। ਰਾਣੀ ਅੰਦਰੋਂ ਆਪਣੀ ਕਾਪੀ ਕੱਢ ਲਿਆਈ। ਰਾਣੀ ਨੇ ਕਹਾਣੀ ਸੁਣਾਈ, ਜਿਹੜੀ ਉਹਦੇ ਪਤੀ ਕੁਲਜੀਤ ਨੂੰ ਹੀ ਸਾਰੀ ਸਮਝ ਆਈ। ਸੁਰਜੀਤ ਪਾਤਰ ਆਖਦਾ ਹੁੰਦਾ ਸੀ, ਮੇਰੀਆਂ ਕਵਿਤਾਵਾਂ ਤਾਂ ਕਿਸੇ ਨੂੰ ਲਿਖੇ ਖੱਤ ਨੇ, ਤੇ ਮੈਨੂੰ ਲੱਗਿਆ ਬਹੁਤੇ ਲੋਕਾਂ ਦੀ ਰਚਨਾ ਕਿਸੇ ਨਾ ਕਿਸੇ ਨੂੰ ਲਿਖਿਆ ਖੱਤ ਹੀ ਹੁੰਦਾ ਹੈ। ਜਵਾਬ 'ਚ ਕੁਲਜੀਤ ਵੀ ਆਪਣੀ ਕਹਾਣੀ ਕੱਢ ਲਿਆਇਆ, ਜਿਹੜੀ ਰਾਣੀ ਵੱਲੋਂ ਆਏ ਜਾਂ ਆਉਣ ਵਾਲੇ ਖੱਤ ਦਾ ਜਵਾਬ ਸੀ। ਖਿਆਲ ਆਇਆ, ਇੱਕੋ ਘਰ 'ਚ ਰਹਿੰਦਿਆਂ, ਇੱਕੋ ਛੱਤ ਹੇਠ ਸੌਂਦਿਆਂ ਇੱਕ ਦੂਜੇ ਨਾਲ ਗੱਲ ਖੱਤਾਂ ਰਾਹੀਂ ਕਿਉਂ ਕਰਦੇ ਨੇ? ਫਿਰ ਸੋਚਿਆ, ਉਹਨਾਂ ਸਾਰਿਆਂ ਨਾਲੋਂ ਤਾਂ ਫਿਰ ਚੰਗੇ ਨੇ ਜਿਹੜੇ ਇੱਕੋ ਘਰ 'ਚ ਰਹਿੰਦਿਆਂ, ਇੱਕੋ ਛੱਤ ਹੇਠ ਸੌਂਦਿਆਂ ਇੱਕ ਦੂਜੇ ਨਾਲ ਗੱਲ ਤਾਂ ਕੀ ਕਰਨੀ ਹੋਈ, ਖੱਤ ਵੀ ਨਹੀਂ ਲਿਖਦੇ, ਬਸ ਦੁਨੀਆਦਾਰੀ ਹੀ ਪੁਗਾਉਂਦੇ ਨੇ। ਦੀਦੀ ਤੁਸੀਂ ਦੇਸ ਪਰਦੇਸ ਅਖਬਾਰ ਪੜ੍ਹ ਕੇ ਦੇਖੋ, ਕਿੰਨੀਆਂ ਖਬਰਾਂ ਛਪਦੀਆਂ ਨੇ ਔਰਤਾਂ ਦੇ ਮੈਂਟਲ ਹੋਣ ਦੀਆਂ, ਸੁਇਸਾਈਡ ਕਰਨ ਦੀਆਂ। ਰਾਣੀ ਫਿਰ ਨਾ ਜਾਣੇ ਕਿੱਥੋਂ ਦੀ ਕਿੱਥੇ ਪਹੁੰਚ ਗਈ ਸੀ। ਮੈਂ ਸਾਰਿਆਂ ਦੇ ਮੂੰਹਾਂ ਵੱਲ ਵੇਖਦੀ ਰਹੀ। ਹਰ ਮੂੰਹ ਜਿਵੇਂ ਇੱਕ ਕਹਾਣੀ ਸੀ। ਕਿਧਰੇ ਆਪਣੇ ਆਪ ਨੂੰ ਭੁੱਲ ਜਾਣ ਦੀ ਰੰਗੀਨ ਕਹਾਣੀ, ਕਿਧਰੇ ਆਪਣੇ ਆਪ ਨੂੰ ਲੱਭਣ ਦੀ ਉਦਾਸ ਕਹਾਣੀ। ਉਹ ਮੇਰੀਆਂ ਤਾਂ ਨੀਂਦ ਵਾਲੀਆਂ ਗੋਲੀਆਂ ਮੁੱਕ ਗਈਆਂ ਨੇ। ਮੈਂ ਪਰਸ 'ਚੋਂ ਖਾਲੀ ਸ਼ੀਸ਼ੀ ਕੱਢ ਕੇ ਕਿਹਾ, ਚਲੋ ਲੈ ਆਉਂਦੇ ਹਾਂ। ਕੁਲਜੀਤ ਬੋਲਿਆ। ਅਸੀਂ ਸਾਰੇ ਗੋਲੀਆਂ ਲੈਣ ਗਏ। ਮੈਨੂੰ ਲੱਗਿਆ ਕਿ ਬਾਹਰ ਭਾਵੇਂ ਕਣੀਆਂ ਪੈ ਰਹੀਆਂ ਸਨ, ਪਰ ਪੂਰਾ ਸਾਹ ਤਾਂ ਆਉਂਦਾ ਸੀ। ਕਈ ਦੁਕਾਨਾਂ 'ਤੇ ਗਏ, ਪਰ ਕੋਈ ਕੈਮਿਸਟ ਵੀ ਬਿਨਾਂ ਡਾਕਟਰ ਦੇ ਨੁਸਖੇ ਤੋਂ ਨੀਂਦਰ ਵਾਲੀਆਂ ਗੋਲੀਆਂ ਦੇਣ ਲਈ ਤਿਆਰ ਨਹੀਂ ਸੀ। ਕਿਉਂ? ਮੈਂ ਪੁੱਛਿਆ। ਇਹਨਾਂ ਮੁਲਕਾਂ 'ਚ ਬੰਦੇ ਦਾ ਮੁੱਲ ਹੈ ਭੈਣ ਜੀ। ਬਿਨਾਂ ਡਾਕਟਰ ਦੇ ਲਿਖੇ ਜੇ ਇਹ ਦਵਾਈਆਂ ਦੇਣ ਲੱਗਣ ਤਾਂ ਕੋਈ ਵੀ ਬੰਦਾ ਗਲਤ ਦਵਾਈ ਲੈ ਸਕਦਾ, ਅਤੇ ਕੋਈ ਵੀ ਗਲਤ ਦਵਾਈ ਦਿੱਤੀ ਜਾ ਸਕਦੀ ਹੈ।
ਤੇ ਕੋਈ ਵੀ ਗਲਤੀ ਇੱਥੇ ਬੜੀ ਮਹਿੰਗੀ ਪੈਂਦੀ ਹੈ, ਹਰਚੰਦ ਦੱਸਦਾ ਰਿਹਾ। ਇਹ ਸਾਰਾ ਸਾਊਥ ਹਾਲ ਹੈ ਭੈਣ ਜੀ, ਰਾਣੀ ਨੇ ਬਾਜ਼ਾਰ ਵੱਲ ਹੱਥ ਕਰਕੇ ਕਿਹਾ। ਸਾੜੀਆਂ, ਸੂਟਾਂ, ਲੱਡੂ, ਜਲੇਬੀਆਂ, ਪਾਣੀ ਪਤਾਸਿਆਂ ਦੀਆਂ ਦੁਕਾਨਾਂ ਦੇ ਅੰਦਰ ਤੇ ਬਾਹਰ ਕਾਲੀਆਂ ਮੇਮਾਂ ਤੇ ਗੋਰੀਆਂ ਪੰਜਾਬਣਾਂ ਨੂੰ ਵੇਖ ਸਾਊਥ ਹਾਲ ਲੁਧਿਆਣੇ ਦਾ ਚੌੜਾ ਬਾਜ਼ਾਰ ਲੱਗਦਾ ਸੀ। ਹਿੰਦੁਸਤਾਨੀ ਅੱਧਖੜ ਔਰਤਾਂ ਦੇ ਵੀ ਸਕਰਟਸ ਪਾਏ ਦੇਖ ਮੈਨੂੰ ਅਲਕਤ ਜਿਹੀ ਆਈ। ਵਿਚਾਰੀਆਂ ਮੇਮਾਂ ਨਾਲ ਕੰਪੀਟ ਕਰ ਰਹੀਆਂ ਨੇ, ਰਾਣੀ ਬੋਲੀ। ਵਾਖਰੂ ਆਖ ਡੂੰਘਾ ਸਾਹ ਭਰ ਹਰਚੰਦ ਉੱਚੀ ਉੱਚੀ ਹੱਸ ਪਿਆ। ਨੀਰਜਾ, ਕੁਲਜੀਤ, ਰਾਣੀ ਤੇ ਉਹਨਾਂ ਦੀ ਨਿੱਕੀ ਜਿਹੀ ਧੀ ਸਭ ਹੱਸਣ ਲੱਗ ਪਏ, ਜਿਵੇਂ ਉਹਨਾਂ ਨੂੰ ਯਾਦ ਆ ਗਿਆ ਹੋਵੇ ਕਿ ਹੱਸਣਾ ਵੀ ਚਾਹੀਦਾ ਹੁੰਦਾ ਹੈ। ਘਰ ਨੂੰ ਪਰਤ ਪਏ। ਗੁਲਾਬ ਦੇ ਫੁੱਲਾਂ ਦੀਆਂ ਕਿਆਰੀਆਂ ਵਾਲੇ ਘਰ ਜਿਵੇਂ ਕਿਸੇ ਸਮਾਧੀ 'ਚ ਲੀਨ ਸਨ। ਕੋਈ ਖੜਕਾ ਦੜਕਾ ਨਹੀਂ ਸੀ, ਕੋਈ ਰੌਲਾ ਗੌਲਾ ਨਹੀਂ ਸੀ। ਸੜਕ 'ਤੇ ਹਰੀਆਂ ਪੀਲੀਆਂ ਤੇ ਲਾਲ ਲਾਈਟਾਂ ਬਲਦੀਆਂ ਬੁਝਦੀਆਂ ਵੇਖ ਆਪੇ ਕਾਰਾਂ ਰੁਕ ਜਾਂਦੀਆਂ, ਆਪੇ ਕਾਰਾਂ ਤੁਰ ਪੈਂਦੀਆਂ। ਮੈਂ ਅਜੇ ਤੱਕ ਇੱਥੇ ਕੋਈ ਕਾਰ ਦਾ ਹੌਰਨ ਮਾਰਦਾ ਹੀ ਨਹੀਂ ਸੀ ਦੇਖਿਆ। ਘਰ ਪਹੁੰਚ ਗਏ। ਅੱਗੋਂ ਗਿਆਨੀ ਜੀ ਆਏ ਬੈਠੇ ਸਨ। ਬੜੇ ਰੋਹਬ ਦਾਬ ਵਾਲੇ ਬੰਦੇ ਸਨ ਗਿਆਨੀ ਜੀ। ਕੁਝ ਚਿਰ ਇੱਧਰ ਉੱਧਰ ਦੀਆਂ ਗੱਲਾਂ ਪਿੱਛੋਂ ਉਹਨਾਂ ਮੈਨੂੰ ਆਖਿਆ ਕਿ ਅਗਲੇ ਮਹੀਨੇ ਉਹਨਾਂ ਦੇ ਲੜਕੇ ਦੀ ਸ਼ਾਦੀ ਹੈ, ਮੈਂ ਘੱਟੋ ਘੱਟ ਉਦੋਂ ਤੱਕ ਜ਼ਰੂਰ ਇੱਥੇ ਰਹਾਂ। ਮੈਂ ਹੱਸ ਕੇ ਚੁੱਪ ਕਰ ਰਹੀ। ਗਿਆਨੀ ਜੀ ਨੇ ਹਰਚੰਦ ਤੇ ਕੁਲਜੀਤ ਵੱਲ ਦੇਖਿਆ। ਕੁਲਜੀਤ ਸਮਝ ਗਿਆ ਤੇ ਬੋਲਿਆ, ਗਿਆਨੀ ਜੀ ਇੱਥੋਂ ਦੇ ਬੜੇ ਇੰਪੋਰਟੈਂਟ ਬੰਦੇ ਨੇ ਭੈਣ ਜੀ। ਗਿਆਨੀ ਜੀ ਨੇ ਤਾਂ ਹਾਂ 'ਚ ਸਿਰ ਹਿਲਾਇਆ ਤੇ ਸਮਝ ਗਏ ਕਿ ਪਹਿਲੀ ਵਾਰੀ ਵਿਲਾਇਤ ਆਈ ਹਾਂ, ਇਸੇ ਲਈ ਨਹੀਂ ਜਾਣਦੀ ਉਹਨਾਂ ਦੀ ਮਹੱਤਤਾ ਬਾਰੇ। ਦੱਸਣ ਲੱਗੇ, ਮੈਨੂੰ ਕਈ ਸਭਾ ਸੁਸਾਇਟੀਆਂ ਦਾ ਅਗਲਿਆਂ ਪ੍ਰਧਾਨ ਬਣਾ ਛੱਡਿਆ ਹੈ। ਇੰਡੀਅਨ ਵਰਕਰਜ਼ ਐਸੋਸੀਏਸ਼ਨ ਦਾ ਪ੍ਰਧਾਨ ਵੀ ਰਿਹਾ। ਕੁਈਨ ਨੇ ਪਾਰਟੀ 'ਤੇ ਸੱਦਿਆ। ਦੇਖੋ ਜੀ, ਇੰਡੀਆ ਰਹਿੰਦਿਆਂ ਇਹ ਗੱਲਾਂ ਕਿੱਥੇ ਹੋਣੀਆਂ ਸੀ। ਪੰਜਾਬ ਤੋਂ ਹੁਣ ਕੋਈ ਵੀ ਵਜ਼ੀਰ ਆਏ ਤਾਂ ਪਾਰਟੀ ਕਰੀਦੀ ਹੈ। ਇਸ ਵੇਲੇ ਰੱਬ ਦੀ ਕਿਰਪਾ ਨਾਲ ਮੇਰੇ ਘਰ 3 ਕਾਰਾਂ ਖੜੀਆਂ ਨੇ। ਪੰਜਾਬ 'ਚ ਗੋਬਿੰਦਗੜ੍ਹ ਜਦੋਂ ਮੈਂ ਮਾਸਟਰ ਸੀ ਕੋਰਸ ਵਿੱਚ ਲੱਗੀ ਤੁਹਾਡੀ ਕਹਾਣੀ ਪੜ੍ਹੀ ਸੀ। ਕੀ ਨਾਂ ਹੈ ਉਹਦਾ? ਨਾਂ ਮੈਨੂੰ ਭੁੱਲ ਗਿਆ। ਰੱਖੜੀ ਦੀ ਗੱਲ ਸੀ ਉਸ 'ਚ। ਮੈਨੂੰ ਹਾਸਾ ਆ ਗਿਆ। ਇਹੋ ਜਿਹੀ ਮੈਂ ਕੋਈ ਕਹਾਣੀ ਨਹੀਂ ਲਿਖੀ ਹੋਈ। ਨਾਨਕ ਸਿੰਘ ਦੀ ਕਹਾਣੀ ਹੈ ਰੱਖੜੀ ਤਾਂ, ਮੈਂ ਦੱਸਿਆ। ਭੈਣ ਜੀ ਗਿਆਨੀ ਜੀ ਇੱਥੋਂ ਦੇ ਬੜੇ ਇੰਪੋਰਟੈਂਟ ਬੰਦੇ ਨੇ, ਕੁਲਜੀਤ ਨੇ ਫੇਰ ਆਖਿਆ। ਤੇ ਫਿਰ ਗਿਆਨੀ ਜੀ ਨੇ ਸਾਹਿਤ ਬਾਰੇ, ਸਾਹਿਤਕਾਰਾਂ ਬਾਰੇ, ਸਮਾਜ ਬਾਰੇ, ਪੰਜਾਬ ਬਾਰੇ ਕਈ ਇੰਪੋਰਟੈਂਟ ਸਵਾਲ ਪੁੱਛੇ, ਜਿਨ੍ਹਾਂ 'ਚੋਂ ਕਈਆਂ ਦੇ ਜਵਾਬ ਮੈਨੂੰ ਨਹੀਂ ਸੀ ਆਉਂਦੇ। ਤੁਸੀਂ ਤਾਂ ਫਿਰ ਸਮਝੋ ਇੱਥੇ ਜੋਗੇ ਹੀ ਰਹਿ ਗਏ, ਮੈਂ ਕਿਹਾ। ਉਹ ਇੱਕਦਮ ਗੰਭੀਰ ਹੋ ਗਏ। ਨਹੀਂ ਜੀ, ਜ਼ਰਾ ਬੱਚੇ ਆਪਣੀ ਆਪਣੀ ਥਾਂ ਹੋ ਜਾਣ, ਫਿਰ ਵਾਪਸ ਚਲੇ ਜਾਣਾ ਆਪਣੇ ਦੇਸ਼। ਸ਼ੁਰੂ 'ਚ ਤਾਂ ਕਈ ਸਾਲ ਅਸੀਂ ਲੋਕਾਂ ਨੇ ਬੱਚੇ ਵੀ ਨਹੀਂ ਸੀ ਬੁਲਾਏ ਕਿ ਕੁਝ ਪੈਸੇ ਪੱਲੇ ਹੋ ਜਾਣ, ਮੁੜ ਜਾਵਾਂਗੇ ਵਾਪਸ। ਪਰ ਹਾਲਾਤ ਹੀ ਕੁਝ ਐਸੇ ਬਣਦੇ ਗਏ ਕਿ ਪਰ ਭਾਵੇਂ ਇੱਥੇ ਅਸੀਂ ਸੈਕਿੰਡ ਰੇਟ ਸਿਟੀਜ਼ਨ ਹੀ ਹਾਂ, ਫਿਰ ਵੀ ਜੋ ਸਹੂਲਤਾਂ ਨੇ ਬੱਚਿਆਂ ਦੀ ਪੜ੍ਹਾਈ ਦੀਆਂ, ਡਾਕਟਰੀ ਇਲਾਜ ਦੀਆਂ, ਸੋਸ਼ਲ ਸਿਕਿਉਰਿਟੀ ਦੀਆਂ, ਤੇ ਨਾਲੇ ਜੇ ਕੰਮ ਕਰੋ ਤਾਂ ਇੱਥੇ ਘਾਟਾ ਹੀ ਕੋਈ ਨਹੀਂ ਰਹਿੰਦਾ। ਤੇ ਬਸ ਇਉਂ ਹੀ ਵਰੇ ਨਿਕਲਦੇ ਗਏ ਤੇ ਬੱਚਿਆਂ ਨੇ ਤਾਂ ਹੁਣ ਦੇਸ਼ ਮੁੜਨਾ ਹੀ ਕੀ ਹੈ। ਉਹ ਜੇ ਇੱਥੇ ਹੋਣਗੇ, ਅਸੀਂ ਦੇਸ਼ ਜਾ ਕੇ ਵੀ ਕੀ ਕਰਾਂਗੇ। ਜੇ ਚਲੇ ਵੀ ਜਾਵਾਂਗੇ ਤਾਂ ਫਿਰ ਮੁੜ ਆਵਾਂਗੇ। ਹੋਰ ਕੀ, ਜੀ ਤਾਂ ਬੜਾ ਕਰਦਾ ਮੁੜ ਜਾਈਏ ਆਪਣੇ ਦੇਸ਼ ਨੂੰ। ਗਿਆਨੀ ਜੀ ਜਿਵੇਂ ਆਪਣੇ ਆਪ ਨਾਲ ਗੱਲਾਂ ਹੀ ਕਰ ਰਹੇ ਸਨ, ਪਰ ਉਹਨਾਂ ਦਾ ਮੂੰਹ ਬੜਾ ਹੀ ਉਦਾਸ ਹੋ ਗਿਆ ਸੀ। ਮੈਨੂੰ ਲੱਗਿਆ ਗਿਆਨੀ ਜੀ ਇੰਪੋਰਟੈਂਟ ਹੋਣ ਦੀਆਂ ਸਭ ਗੱਲਾਂ ਇਸ ਉਦਾਸੀ ਨੂੰ ਢਕਣ ਲਈ ਕਰ ਰਹੇ ਸਨ। ਸਭ ਹੀ ਕਰਦੇ ਨੇ। ਮੈਂ ਗੀਤਾ ਨੂੰ ਫੋਨ ਕਰ ਲਵਾਂ, ਦੇਰ ਤਾਂ ਨਹੀਂ ਹੋ ਗਈ? ਗਿਆਨੀ ਜੀ ਦੇ ਜਾਣ ਮਗਰੋਂ ਮੈਂ ਕੁਲਜੀਤ ਨੂੰ ਪੁੱਛਿਆ। ਗੀਤਾ ਦਾ ਪਾਪਾ ਇਸੇ ਸ਼ਹਿਰ 'ਚ ਰਹਿੰਦਾ ਸੀ ਤੇ ਉਸ ਟੈਲੀਫੋਨ ਦਾ ਨੰਬਰ ਵੀ ਕੁਲਜੀਤ ਨੂੰ ਪਤਾ ਸੀ। ਸੌਂ ਤੇ ਨਹੀਂ ਸੀ ਰਹੀ ਗੀਤਾ? ਮੈਂ ਬੇਆਰਾਮ ਹੀ ਕੀਤਾ ਹੋਵੇ। ਗੀਤਾ ਦੇ ਪਾਪਾ ਨੇ ਜਦੋਂ ਉਹਨੂੰ ਫੋਨ ਦਿੱਤਾ, ਮੈਂ ਪੁੱਛਿਆ। ਨੀਂਦ ਹੀ ਤਾਂ ਆਉਂਦੀ ਨਹੀਂ। ਕਈ ਵਾਰੀ ਤਾਂ ਲੱਗਦਾ ਕਿੱਡੇ ਖੁਸ਼ਕਿਸਮਤ ਨੇ ਉਹ ਲੋਕ ਜਿਹੜੇ ਸੌਂ ਸਕਦੇ ਨੇ, ਉਹ ਆਖ ਰਹੀ ਸੀ। ਪਰ ਤੈਨੂੰ ਹੋ ਕੀ ਗਿਆ? ਮੈਂ ਬੇਚੈਨ ਜੀ ਹੋ ਕੇ ਪੁੱਛਿਆ। ਗੀਤਾ ਨੇ ਕੋਈ ਉੱਤਰ ਨਾ ਦਿੱਤਾ। ਸੁਣਾ ਗੀਤਾ, ਤੇਰੇ ਮੀਆਂ ਜੀ ਦਾ ਕੀ ਹਾਲ ਹੈ? ਉਹਨੂੰ ਪਿੱਛੇ ਘਰ ਸੰਭਾਲਣ ਲਈ ਛੱਡ ਆਈ? ਮੈਂ ਮਜ਼ਾਕ ਨਾਲ ਪੁੱਛਿਆ। ਘਰ ਤਾਂ ਅਜੇ ਅਸੀਂ ਪਾਉਣਾ ਸੀ, ਕਿਰਾਏ ਦੇ ਮਕਾਨ 'ਚ ਰਹਿੰਦੇ ਸੀ, ਉਹਨੇ ਥੱਕੀ ਆਵਾਜ਼ 'ਚ ਆਖਿਆ। ਗੀਤਾ ਕੀ ਦਾ ਕੀ ਜਵਾਬ ਕਿਉਂ ਦੇ ਰਹੀ ਹੈ? ਗੀਤਾ, ਜੇ ਮੈਨੂੰ ਇੱਥੇ ਕੁਝ ਹੋ ਗਿਆ, ਮੇਰੀ ਲਾਸ਼ ਵਾਪਸ ਤਾਂ ਨਹੀਂ ਲੈ ਕੇ ਜਾ ਸਕਣਗੇ? ਗੀਤਾ ਨੇ ਕੰਬਦੀ ਆਵਾਜ਼ 'ਚ ਪੁੱਛਿਆ। ਕਿਹੋ ਜਿਹੀਆਂ ਗੱਲਾਂ ਕਰਦੀਆਂ ਗੀਤਾ? ਮੈਂ ਝਿੜਕਣ ਵਾਂਗ ਆਖਿਆ। ਤੈਨੂੰ ਮੌਤ ਤੋਂ ਡਰ ਲੱਗਦਾ? ਉਹਨੇ ਜਿਵੇਂ ਵਿਅੰਗ ਨਾਲ ਪੁੱਛਿਆ। ਮੈਨੂੰ ਆਪਣੀ ਤੋਂ ਨਹੀਂ, ਤੇਰੀ ਤੋਂ ਜ਼ਰੂਰ ਲੱਗਦਾ। ਏਡੀ ਸੋਹਣੀ ਤੇ ਏਡੀ ਚੰਗੀ ਕੁੜੀ ਦਾ ਇਸ ਉਮਰੇ ਮਰਨਾ ਨਹੀਂ ਬਣਦਾ।
ਮਰਨਾ ਜੇ ਗੂੜੀ ਲੰਮੀ ਨੀਂਦ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ, ਪਰ ਤੇਰੇ ਮੀਆਂ ਜੀ ਕੀ ਕਰਨਗੇ ਫਿਰ ਕਮਲੀ? ਉਹਨਾਂ ਲਈ ਤਾਂ ਮੈਂ ਮਰਨਾ ਚਾਹੁੰਦੀ ਹਾਂ। ਮੈਨੂੰ ਪਤਾ ਹੈ, ਆਈ ਲਵ ਹਿਮ ਵੈਰੀ ਮੱਚ। ਗੀਤਾ ਦੀ ਗੱਲ ਸੁਣ ਕੇ ਇੱਕ ਝੱਖੜ ਜਿਹਾ ਮੇਰੇ ਮਨ 'ਚੋਂ ਲੰਘਿਆ। ਜਿਹਨੂੰ ਤੁਸੀਂ ਪਿਆਰ ਕਰਦੇ ਹੋਵੋ ਉਹਦੀ ਲੋੜ ਤੁਹਾਡੀ ਮੌਤ ਬਣ ਜਾਏ, ਇਹ ਗੱਲ ਮੈਨੂੰ ਸਮਝ ਨਹੀਂ ਸੀ ਆ ਰਹੀ। ਅੱਛਾ, ਗਲਾਸਗੋ ਜਾ ਕੇ ਫੋਨ ਕਰਾਂਗੀ, ਹੁਣ ਸੌਂ ਜਾ ਤੂੰ, ਮੈਂ ਪਰੇਸ਼ਾਨ ਜੀ ਹੋ ਕੇ ਕਿਹਾ। ਅੱਛਾ, ਗੀਤਾ ਨੇ ਆਗਿਆਕਾਰ ਬੱਚੀ ਵਾਂਗ ਉੱਤਰ ਦਿੱਤਾ ਤੇ ਫੋਨ ਰੱਖ ਦਿੱਤਾ। ਬੜੀ ਸੋਹਣੀ ਆ ਤੁਹਾਡੀ ਸਹੇਲੀ ਭੈਣ ਜੀ, ਨੀਰਜਾ ਬੋਲੀ। ਬਿਮਾਰ ਹੈ, ਨੀਂਦ ਨਹੀਂ ਆਉਂਦੀ, ਸ਼ਾਇਦ ਇਲਾਜ ਲਈ ਇੱਥੇ ਆਈ ਹੈ। ਹਰ ਇੰਟੈਲੀਜੈਂਟ ਬੰਦੇ ਨੂੰ ਸਭ ਤੋਂ ਪਹਿਲਾਂ ਇਹੀ ਬਿਮਾਰੀ ਲੱਗਦੀ ਹੈ। ਹਰਚੰਦ ਨੇ ਜਦੋਂ ਆਖਿਆ, ਮੈਂ ਹੈਰਾਨ ਹੋ ਕੇ ਉਸ ਵੱਲ ਵੇਖਿਆ ਕਿ ਇਹਨੂੰ ਇਹਨਾਂ ਗੱਲਾਂ ਦੀ ਕਦੋਂ ਤੋਂ ਸਮਝ ਆਉਣ ਲੱਗ ਪਈ। ਰੋਟੀ ਖਾ ਕੇ 12 ਕੁ ਵਜੇ ਦੂਜੇ ਕਮਰੇ 'ਚ ਸੌਣ ਲਈ ਆਏ ਤਾਂ ਰਾਣੀ ਨੇ ਫੇਰ ਉਹੀ ਗੱਲਾਂ ਛੋਹ ਲਈਆਂ। ਉਹ ਗੱਲਾਂ ਕਰਦੀ ਰਹੀ, ਮੈਂ ਗੱਲਾਂ ਸੁਣਦੀ ਰਹੀ। ਨੀਰਜਾ ਕਦੋਂ ਦੀ ਸੌਂ ਚੁੱਕੀ ਸੀ। 3 ਕੁ ਵਜੇ ਗੱਲਾਂ ਦੀ ਆਵਾਜ਼ ਨਾਲ ਦੂਜੇ ਕਮਰੇ 'ਚ ਹਰਚੰਦ ਨੂੰ ਸ਼ਾਇਦ ਜਾਗ ਆ ਗਈ ਸੀ। ਉਹ ਆ ਕੇ ਰਾਣੀ ਨੂੰ ਆਖਣ ਲੱਗਾ, ਪਲੀਜ਼ ਰਾਣੀ ਭੈਣੇ, ਭੈਣ ਜੀ ਕੀ ਆਖਣਗੇ? ਮੈਂ ਕੀ ਆਖਣਾ ਸੀ, ਮੈਨੂੰ ਕੀ ਪਤਾ ਸੀ ਅਜੇ ਇਸ ਦੇਸ਼ ਦਾ, ਇੱਥੋਂ ਦੇ ਲੋਕਾਂ ਦਾ, ਇੱਥੇ ਰਹਿੰਦੇ ਲੋਕਾਂ ਦਾ, ਕੁਲਜੀਤ ਦਾ, ਰਾਣੀ ਦਾ, ਹਰਚੰਦ ਦਾ, ਨੀਰਜਾ ਦਾ। ਲਾਈਟ ਬਲਦੀ ਰਹੀ, ਰਾਣੀ ਵੀ ਸੌਂ ਗਈ, ਮੈਂ ਜਾਗਦੀ ਰਹੀ। ਸਵੇਰੇ ਉੱਠ ਕੇ ਨੀਰਜਾ ਨੇ ਹਰਚੰਦ ਨੂੰ ਜਗਾਇਆ। ਚੱਲਣਾ? ਕੁਲਜੀਤ ਨੇ ਉੱਠ ਕੇ ਚਾਹ ਬਣਾਈ। ਚਾਹ ਪੀ ਕੇ ਅਸੀਂ ਗਲਾਸਗੋ ਨੂੰ ਤੁਰ ਪਏ। ਤੁਰਨ ਵੇਲੇ ਰਾਣੀ ਅਜੇ ਸੁੱਤੀ ਹੋਈ ਸੀ। ਮੈਂ ਤੁਹਾਡੀ ਸਤਿ ਸ੍ਰੀ ਅਕਾਲ ਆਖ ਦਿਆਂਗਾ ਜਦੋਂ ਉਹ ਜਾਗੀ। ਉਂਝ ਮੈਂ ਗੱਲਾਂ ਅਜੇ ਤੁਹਾਡੇ ਨਾਲ ਕਰਨੀਆਂ ਨੇ ਭੈਣ ਜੀ। ਉਹ ਨੀਂਦਰੀਆਂ ਅੱਖਾਂ ਉਘੇੜ ਕੇ ਕਾਰ ਦੀ ਤਾਕੀ ਬੰਦ ਕਰਕੇ ਕੁਲਜੀਤ ਨੇ ਕਿਹਾ। ਸੁੱਤੋਂ ਨੀਂਦਰਾ ਸ਼ਹਿਰ ਪਿੱਛੇ ਛੱਡ ਤੇਜ਼ ਮੋੜ ਕੱਟਦੀ ਕਾਰ ਮੋਟਰਵੇ 'ਤੇ ਆ ਚੜੀ। ਵਾਹ ਖਰੂ, ਆਖ ਹਰਚੰਦ ਬਿਨਾਂ ਹੀ ਗੱਲ ਤੋਂ ਹੱਸ ਪਿਆ। ਨੀਰਜਾ ਸ਼ਾਇਦ ਉਹਨੂੰ ਹੱਸਦੇ ਵੇਖ ਕੇ ਹੱਸ ਪਈ। ਕੁਲਜੀਤ ਭੈਣ ਜੀ ਬੜਾ ਮੂੰਹ ਵਾਲਾ ਬੰਦਾ ਹੈ। ਨਹੀਂ, ਕੌਣ ਇਹਨਾਂ ਮੁਲਕਾਂ 'ਚ ਕਿਸੇ ਦੀ ਇੰਨੀ ਪਰਵਾਹ ਕਰਦਾ ਹੈ। ਕੋਈ ਉਹਦੇ ਘਰ ਚਲਾ ਜਾਵੇ ਉਹਨੂੰ ਚਾਹ ਚੜ੍ਹ ਜਾਂਦਾ, ਕੰਮ ਵੀ ਨਹੀਂ ਜਾਊਗਾ। ਰਾਣੀ ਨੂੰ ਜਾਣ ਦਿਓ ਤੇ ਨਾ ਰਾਣੀ ਨੂੰ ਜਾਣ ਦਿਓ। ਪੜ੍ਹਨ ਲਿਖਣ ਦਾ ਵੀ ਸ਼ੌਕ ਹੈ, ਐਉਂ ਨਹੀਂ ਲੋਕਾਂ ਵਾਂਗ ਨਿਰਾ ਪੌਂਡ ਕਮਾਉਣ ਦਾ ਹੀ ਸ਼ੌਕ ਹੋਵੇ। ਚੰਗਾ ਬੰਦਾ ਹੈ। ਹੂੰ ਆਖ ਮੈਂ ਹਰਚੰਦ ਵੱਲ ਝਾਕੀ। ਉਹ ਤਾਕੀ ਤੋਂ ਬਾਹਰ ਝਾਕਣ ਲੱਗ ਪਿਆ। ਹੁਣ ਬਿਨਾਂ ਹੀ ਗੱਲ ਤੋਂ ਹੱਸਣ ਦੀ ਵਾਰੀ ਮੇਰੀ ਸੀ, ਪਰ ਮੈਂ ਹੱਸੀ ਨਹੀਂ। ਮੈਂ ਗੀਤਾ ਬਾਰੇ ਸੋਚ ਰਹੀ ਸੀ। ਧੰਨਵਾਦ। ਚੱਲਦਾ।